ਹੈਲੋ एवरीवन, ਹਾਊ ਆਰ ਯੂ। ਅੱਜ ਆਪਾਂ ਬ੍ਰੇਕ ਤੋਂ ਬਾਅਦ ਮਿਲੇ ਆ। ਤੁਹਾਨੂੰ ਹੌਲੀਡੇਜ਼ ਸੀ। ਹੌਲੀਡੇਜ਼ ਤੋਂ ਬਾਅਦ ਅੱਜ ਆਪਾਂ ਮਿਲੇ ਆ। ਅੱਜ ਤੋਂ ਆਪਾਂ ਆਪਣਾ ਕੰਮ ਸ਼ੁਰੂ ਕਰਾਂਗੇ ਲਾਜ਼ਮੀ ਪੰਜਾਬੀ ਦਾ। ਆਪਾਂ ਪਹਿਲਾਂ ਸੁਹਾਗ ਕੀਤੇ ਸੀ, ਘੋੜੀਆਂ ਕੀਤੇ ਸੀ, ਜੋ ਕਿ ਪੰਜਾਬ ਦੇ ਲੋਕ ਗੀਤ ਨੇ। ਅੱਜ ਅਸੀਂ ਕਰਾਂਗੇ ਸਿੱਠਣੀਆਂ। ਸਿੱਠਣੀਆਂ ਕੀ ਨੇ? ਇਹ ਵੀ ਇੱਕ ਪੰਜਾਬੀ ਦੇ ਲੋਕ ਗੀਤਾਂ ਦਾ ਹੀ ਹਿੱਸਾ ਹਨ। ਸੁਹਾਗ ਕੀ ਨੇ? ਸੁਹਾਗ ਨੇ ਜੋ ਕੁੜੀ ਦੇ ਵਿਆਹ ਤੇ ਕੁੜੀ ਦੇ ਘਰਦਿਆਂ ਵੱਲੋਂ ਗਾਏ ਜਾਂਦੇ ਨੇ, ਤੇ ਜੋ ਘੋੜੀਆਂ ਨੇ ਉਹ ਮੁੰਡੇ ਦੇ ਵਿਆਹ ਤੇ ਮੁੰਡੇ ਦੇ ਘਰਦਿਆਂ ਵੱਲੋਂ ਗਾਏ ਜਾਂਦੇ ਨੇ। ਸਿੱਠਣੀਆਂ ਕੀ ਨੇ? ਸਿੱਠਣੀਆਂ ਵੀ ਕੀ ਨੇ? ਇੱਕ ਪੰਜਾਬੀ ਲੋਕ ਸਾਹਿਤ ਦਾ ਹਿੱਸਾ ਹਨ। ਕੀ ਕਰਾਂਗੇ ਅੱਜ ਅਸੀਂ? ਸਿੱਠਣੀਆਂ। ਸਿੱਠਣੀ ਲੋਕ ਗੀਤ ਵਿਆਹ ਨਾਲ ਸੰਬੰਧਿਤ ਹੈ। ਕੁੜੀ ਦੇ ਵਿਆਹ ਵੇਲੇ ਸ਼ਰੀਕਣੀ ਅਤੇ ਮਿਲਣਾ ਵੱਲੋਂ ਇਹ ਗਾਏ ਜਾਂਦੇ ਨੇ। ਇਹ ਕਿਵੇਂ ਗਾਏ ਜਾਂਦੇ ਨੇ, ਇਹਨਾਂ ਬਾਰੇ ਅੱਜ ਅਸੀਂ ਪੜਾਂਗੇ। ਜੋ ਸਿੱਠਣੀਆਂ ਨੇ ਇਹ ਕੁੜੀ ਦੇ ਘਰਦਿਆਂ ਵੱਲੋਂ ਮੁੰਡੇ ਦੇ ਘਰਦਿਆਂ ਦੇ ਲਈ, ਉਹਨਾਂ ਨੂੰ ਵਿਅੰਗ ਕੱਸਣ ਦੇ ਲਈ, ਉਹਨਾਂ ਨੂੰ ਗਾਲਾਂ ਦੇ ਰੂਪ ਦੇ ਵਿੱਚ ਵੀ ਇਹ ਵਰਤੇ ਜਾਂਦੇ ਹਨ ਕਿ ਉਹ ਜੋ ਆਪਣੇ ਮਨ ਦੇ ਗੁੱਗਵਾਟ ਨੇ ਉਹ ਸਿੱਧੇ ਰੂਪ ਦੇ ਵਿੱਚ ਨਹੀਂ ਬੋਲ ਕੇ ਦੱਸਦੇ। ਉਹ ਸਿੱਠਣੀਆਂ ਦੇ ਰਾਹੀਂ ਆਪਣੇ ਮਨ ਦੇ ਵਿੱਚ ਜੋ ਵੀ ਨੇ ਕੁੜੀ ਦੇ ਘਰਦਿਆਂ ਵੱਲੋਂ, ਸ਼ਰੀਕਣੀਆਂ ਵੱਲੋਂ ਜੋ ਉਹਨਾਂ ਦੇ ਮਨ ਵਿੱਚ ਨੇ, ਮੁੰਡੇ ਦੇ ਘਰਦਿਆਂ ਦੇ ਲਈ, ਮੁੰਡੇ ਦੇ ਲਈ, ਉਹਦੇ ਪਹਿਰਾਵੇ ਦੇ ਲਈ, ਜੋ ਵੀ ਉਹਨਾਂ ਦੇ ਮਨ ਵਿੱਚ ਕੁਝ ਗੱਲਾਂ ਨੇ ਜੋ ਉਹਨਾਂ ਨੂੰ ਰੜਕਦੀਆਂ ਨੇ, ਉਹ ਸਿੱਠਣੀਆਂ ਦੇ ਰਾਹੀਂ ਉਹਨਾਂ ਨੂੰ ਵਿਅਕਤ ਕਰਦੇ ਨੇ। ਇਹਨਾਂ ਨੂੰ ਸਿੱਠਣੀਆਂ ਕਿਹਾ ਜਾਂਦਾ ਹੈ। ਕੁੜੀ ਦੇ ਵਿਆਹ ਵੇਲੇ ਸ਼ਰੀਕਣੀਆਂ ਤੇ ਮੇਲਣਾ ਸਿੱਠਣੀਆਂ ਰਾਹੀਂ ਲਾੜੇ ਤੇ ਉਸਦੇ ਮਾਪਿਆਂ, ਭੈਣਾਂ ਤੇ ਹੋਰਨਾਂ ਰਿਸ਼ਤੇਦਾਰਾਂ ਨੂੰ ਸੰਬੋਧਨ ਕਰਕੇ ਗਾਉਂਦੀਆਂ ਹਨ। ਉਹਨਾਂ ਦਾ ਮਖੌਲ ਉਡਾਇਆ ਜਾਂਦਾ ਹੈ। ਜਿਵੇਂ ਕਿ ਤੁਹਾਨੂੰ ਦੱਸਿਆ ਹੈ ਕਿ ਉਹ ਇੱਕ ਤਰ੍ਹਾਂ ਦੇ ਇੱਕ ਗਾਲਾਂ ਦੇ ਰੂਪ ਵਿੱਚ ਵੀ ਇਸ ਨੂੰ ਮੰਨਿਆ ਜਾਂਦਾ ਹੈ ਕਿ ਉਹਨਾਂ ਦੇ ਪਹਿਰਾਵੇ ਤੇ, ਉਹਨਾਂ ਦੀ ਜੁੱਤੀ ਤੇ, ਉਹਨਾਂ ਦੇ ਖਾਣ ਪੀਣ ਤੇ, ਉਹਨਾਂ ਦੀ ਸਰੀਰਕ ਜੋ ਬਣਾਵਟ ਹੈ ਉਹਦੇ ਬਾਰੇ ਵੀ ਉਹ ਮਤਲਬ ਕੀ ਨੇ, ਜੋ ਵਿਅੰਗ ਕੱਸਦੀਆਂ ਨੇ, ਮਖੌਲ ਉਡਾਉਂਦੀਆਂ ਨੇ, ਮਜ਼ਾਕ ਉਡਾਉਂਦੀਆਂ ਨੇ, ਇਹ ਸਿੱਠਣੀਆਂ ਹੁੰਦੀਆਂ ਨੇ। ਇਹਨਾਂ ਵਿੱਚ ਚੋਟ, ਵਿਅੰਗ ਤੇ ਕਲਪਿਤ ਉਂਝਾਂ ਹੁੰਦੀਆਂ ਹਨ ਜੋ ਕਿ ਹਾਸ ਰਸ ਭਰਪੂਰ ਹੁੰਦੀਆਂ ਹਨ। ਇਹ ਜੋ ਨੇ ਗਾਲਾਂ ਨੇ, ਆਪਾਂ ਇਹਨਾਂ ਨੂੰ ਗਾਲਾਂ ਦੇ ਰੂਪ ਵਿੱਚ ਵੀ ਮੰਨ ਸਕਦੇ ਹਾਂ। ਇਹ ਸਿੱਧੇ ਰੂਪ ਵਿੱਚ ਨਹੀਂ ਦਿੱਤੀਆਂ ਜਾਂਦੀਆਂ। ਇਸ ਨੂੰ ਕੀ ਆ, ਇੱਕ ਕਿ ਹਾਸ ਰਸ ਦੇ ਤੌਰ ਤੇ ਹੀ ਮੰਨਿਆ ਜਾਂਦਾ ਹੈ ਕਿ ਹਾਸੇ ਮਖੌਲ ਦੇ ਵਿੱਚ ਹੀ ਆਪਣੇ ਜੋ ਮਨ ਦਾ ਗੁੱਗਵਾਟ ਹੈ, ਕੁੜੀ ਦੇ ਘਰ ਦੀਆਂ ਸ਼ਰੀਕਣੀਆਂ ਉਹ ਮੁੰਡੇ ਵਾਲਿਆਂ ਨੂੰ ਬੋਲ ਕੇ ਕੱਢਦੀਆਂ ਨੇ। ਸਿੱਠਣੀ ਇੱਕ ਤਰ੍ਹਾਂ ਦੀਆਂ ਗਾਲਾਂ ਹਨ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈ ਕਿ ਜੋ ਇਹ ਸਿੱਠਣੀਆਂ ਨੇ ਇੱਕ ਤਰ੍ਹਾਂ ਦੀ ਗਾਲਾਂ ਹੀ ਹੁੰਦੀਆਂ ਨੇ। ਇਹ ਸਦਾ ਨਿਭਦੀ ਰਹੀ ਕੁੜੀ ਵਾਲਿਆਂ ਦੀ ਧਿਰ ਵੱਲੋਂ ਗੁੱਗਵਾਟ ਕੱਢਣ ਦਾ ਸਾਧਨ ਬਣਦੀਆਂ ਹਨ। ਇਹ ਹਾਸ ਰਸ ਭਰਪੂਰ ਹੋਣ ਕਰਕੇ ਮਾਹੌਲ ਨੂੰ ਸਾਵਾਂ ਤੇ ਸੁਖਾਵਾ ਵੀ ਬਣਾ ਦਿੰਦੀਆਂ ਹਨ। ਇਹਨਾਂ ਵਿੱਚ ਲੁਕਿਆ ਵਿਅੰਗ, ਚੋਟ ਤੇ ਮਸ਼ਕਰੀ ਵਿਆਹ ਦੇ ਵਾਤਾਵਰਣ ਵਿੱਚ ਵਿਸ਼ੇਸ਼ ਰਸ ਤੇ ਸਵਾਦ ਪੈਦਾ ਕਰਦੀ ਹੈ। ਸਿੱਠਣੀ ਰਾਹੀਂ ਔਰਤਾਂ ਨੂੰ ਸਮਾਜਿਕ ਬੰਧਨਾਂ ਤੇ ਸੰਕੋਚਾਂ ਤੋਂ ਕੁਝ ਖੁੱਲ੍ਹ ਵੀ ਪ੍ਰਾਪਤ ਹੁੰਦੀ ਹੈ ਕਿ ਉਹ ਨੇ ਜੋ ਆਪਣੇ ਮਨ ਦੀਆਂ ਜੋ ਗੱਲਾਂ ਨੇ, ਖਾਸ ਕਰਕੇ ਪੰਜਾਬ ਦੀਆਂ ਔਰਤਾਂ, ਉਹਨਾਂ ਦੇ ਜੋ ਮਨ ਵਿੱਚ ਜੋ ਗੱਲਾਂ ਹੁੰਦੀਆਂ ਨੇ ਉਹ ਸਿੱਧੇ ਰੂਪ ਵਿੱਚ ਦੂਸਰਿਆਂ ਨੂੰ ਨਹੀਂ ਬੋਲਦੀਆਂ। ਉਹ ਸੁਹਾਗ, ਘੋੜੀਆਂ, ਸਿੱਠਣੀਆਂ ਇਹੋ ਜਿਹੇ ਲੋਕ ਗੀਤਾਂ ਦੁਆਰਾ ਆਪਣੇ ਜੋ ਮਨ ਦੀਆਂ ਗੱਲਾਂ ਨੇ ਉਹਨਾਂ ਨੂੰ ਹਾਸ ਰਸ ਭਰਪੂਰ ਬਣਾ ਕੇ ਉਹ ਕੱਢ ਦਿੰਦੀਆਂ ਨੇ। ਉਹ ਚਾਹੇ ਕਿਸੇ ਨੂੰ ਵਿਅੰਗ ਕੱਸਣ, ਚਾਹੇ ਕਿਸੇ ਦਾ ਮਖੌਲ ਉਡਾਉਣ, ਚਾਹੇ ਉਹ ਗਾਲਾਂ ਦੇ ਰੂਪ ਵਿੱਚ ਇਹਨਾਂ ਨੂੰ ਵਰਤਣ, ਪਰ ਆਪਣੇ ਜੋ ਮਨ ਦਾ ਗੁੱਗਵਾਟ ਨੇ ਉਹ ਇਹਨਾਂ ਸੁਹਾਗ, ਘੋੜੀਆਂ, ਸਿੱਠਣੀਆਂ ਰਾਹੀਂ ਬਾਹਰ ਕੱਢਦੇ ਨੇ। ਸਿੱਠਣੀਆਂ ਆਮ ਕਰਕੇ ਮੁੰਡੇ ਵਾਲਿਆਂ ਵਿੱਚ ਸ਼ਾਮਿਲ ਜਾਂਝੀਆਂ ਦੇ ਪਹਿਰਾਵੇ ਤੇ ਖਾਣ ਪੀਣ ਦੇ ਢੰਗ ਤਰੀਕੇ ਉੱਤੇ ਟਕੋਰਾਂ ਦੇ ਰੂਪ ਵਿੱਚ ਹੁੰਦੀਆਂ ਹਨ। ਇਹਨਾਂ ਵਿੱਚ ਮੁੰਡੇ ਅਤੇ ਉਸਦੇ ਪਿਓ ਤੋਂ ਇਲਾਵਾ ਹੋਰ ਸੰਬੰਧੀਆਂ ਨੂੰ ਤਾਂ ਸਿੱਧੇ ਮਖੌਲ ਤੇ ਟਿਕਚਰਾਂ ਕੀਤੀਆਂ ਜਾਂਦੀਆਂ ਹਨ, ਪਰ ਉਹਨਾਂ ਦੀਆਂ ਘਰ ਬੈਠੀਆਂ ਮਾਵਾਂ, ਭੈਣਾਂ ਤੇ ਹੋਰਨਾਂ ਰਿਸ਼ਤੇਦਾਰੀਆਂ ਦਾ ਵੀ ਖੂਬ ਮਖੌਲ ਉਡਾਇਆ ਜਾਂਦਾ ਹੈ। ਇਹਨਾਂ ਵਿੱਚ ਵਰਣਿਤ ਉਂਝਾਂ ਸਭ ਕਲਪਿਤ ਤੇ ਮਨਘੜਤ ਹੁੰਦੀਆਂ ਹਨ। ਮੁੰਡੇ ਦੇ ਪਿਓ ਦੀ ਸਰੀਰਕ ਬਣਤਰ, ਉਸਦੇ ਪਿਛੋਕੜ, ਕੰਜੂਸੀ, ਆਲਸ ਅਤੇ ਮੂਰਖਤਾ ਉੱਤੇ ਖੂਬ ਚੋਟਾਂ ਮਾਰੀਆਂ ਜਾਂਦੀਆਂ ਹਨ। ਸਿੱਠਣੀਆਂ ਨਵੇਂ ਬਣੇ ਰਿਸ਼ਤੇਦਾਰਾਂ ਪ੍ਰਤੀ ਸੰਕੋਚ ਨੂੰ ਘਟਾਉਣ ਵਿੱਚ ਵੀ ਹਿੱਸਾ ਪਾਉਂਦੀਆਂ ਹਨ। ਸਿੱਠਣੀ ਦੀ ਪਰਿਭਾਸ਼ਾ ਆਪਾਂ ਇਸ ਤਰ੍ਹਾਂ ਦੇਵਾਂਗੇ। ਸਿੱਠਣੀ ਲੋਕ ਗੀਤਾਂ ਦਾ ਇੱਕ ਅਜਿਹਾ ਰੂਪ ਹੈ
ਸਿੱਠਣੀ ਜੋ ਹੈ ਲੋਕ ਗੀਤਾਂ ਦਾ ਇੱਕ ਅਜਿਹਾ ਰੂਪ ਹੈ ਜਿਸ ਨੂੰ ਕੁੜੀ ਦੇ ਵਿਆਹ ਵੇਲੇ ਸ਼ਰੀਕਣਾ ਤੇ ਮੇਲਣਾ ਇਕੱਠੀਆਂ ਹੋ ਕੇ ਲਾੜੇ ਤੇ ਉਸਦੇ ਮਾਪਿਆਂ, ਭੈਣਾਂ ਤੇ ਹੋਰਨਾਂ ਸਾਕ ਸੰਬੰਧੀਆਂ ਨੂੰ ਸੰਬੋਧਨ ਕਰਕੇ ਗਾਉਂਦੀਆਂ ਨੇ ਤੇ ਚੋਟ, ਵਿਅੰਗ, ਮਸ਼ਕਰੀਆਂ ਤੇ ਕਲਪਿਤ ਉਂਝਾਂ ਰਾਹੀਂ ਉਹਨਾਂ ਦਾ ਮਖੌਲ ਉਡਾਉਂਦੀਆਂ ਹਨ, ਜਿਸ ਨਾਲ ਖੂਬ ਹੱਸ ਰਸ ਪੈਦਾ ਹੁੰਦਾ ਹੈ। ਇਸ ਨੂੰ ਕੀ ਕਿਹਾ ਜਾਂਦਾ ਹੈ? ਸਿੱਠਣੀਆਂ। ਆਪਣੇ ਕੋਲ ਸਿੱਠਣੀਆਂ ਨੇ ਜੋ 13 ਨੇ, ਆਪਾਂ ਸਿੱਠਣੀਆਂ ਪੜਾਂਗੇ। ਜਿਵੇਂ ਕਿ ਨੰਬਰ 1 ਤੇ ਹੈ, ਜਾਂਝੀ ਉਸ ਪਿੰਡੋਂ ਆਏ ਜਿੱਥੇ ਰੁੱਖ ਵੀ ਨਾ, ਇਹਨਾਂ ਦੇ ਤੌੜਿਆਂ ਵਰਗੇ ਮੂੰਹ ਉੱਤੇ ਮੁੱਛ ਵੀ ਨਾ। ਜਾਂਝੀ ਉਸ ਪਿੰਡੋਂ ਆਏ ਜਿੱਥੇ ਤੂਤ ਵੀ ਨਾ, ਇਹਨਾਂ ਦੇ ਕੱਪੜਾਂ ਵਰਗੇ ਮੂੰਹ ਉੱਤੇ ਰੂਪ ਵੀ ਨਾ। ਜਾਂਝੀ ਉਸ ਪਿੰਡੋਂ ਆਏ ਜਿੱਥੇ ਟਾਲੀ ਵੀ ਨਾ, ਇਹਨਾਂ ਦੇ ਪੀਲੇ ਡੱਡੂ ਮੂੰਹ ਉੱਤੇ ਲਾਲੀ ਵੀ ਨਾ। ਇਹ ਕੀ ਆ? ਮਤਲਬ ਕਿ ਉਹਨਾਂ ਦੇ ਜੋ ਇਹ ਸਿੱਠਣੀ ਦਾ ਮਤਲਬ ਇਹ ਹੈ ਕਿ ਉਹ ਜੋ ਸ਼ਰੀਕਣੀਆਂ ਨੇ, ਕੁੜੀ ਦੇ ਘਰ ਦੀਆਂ ਔਰਤਾਂ ਨੇ, ਉਹ ਮੁੰਡੇ ਵਾਲਿਆਂ ਦੇ ਉਹਨਾਂ ਦੇ ਰੰਗ ਰੂਪ, ਪਹਿਰਾਵੇ ਤੇ ਉਹਨਾਂ ਬਾਰੇ ਉਹਨਾਂ ਦਾ ਮਜ਼ਾਕ ਉਡਾਉਂਦੀਆਂ ਨੇ ਤੇ ਮਾਹੌਲ ਜੋ ਨੇ ਹਾਸ ਰਸ ਭਰਪੂਰ ਮਾਹੌਲ ਨੂੰ ਬਣਾਉਂਦੀਆਂ ਨੇ। ਅੱਗੇ ਆਪਣੇ ਕੋਲੇ 12 ਮਹੀਨੇ ਅਸਾਂ ਤੱਕਣ ਤੱਕਿਆ, ਫੇਰ ਵੀ ਲਾੜਾ ਤੁਸੀਂ ਕਾਲਾ ਹੀ ਰੱਖਿਆ, ਸਾਬਣ ਲਾਣਾ ਸੀ, ਸਾਬਣ ਲਾਣਾ ਸੀ, ਨਾ ਲੱਜਿਓ ਲੱਜ ਤੁਹਾਨੂੰ ਨਹੀਂ। ਇਸ ਵਿੱਚ ਕੀ ਔਰਤਾਂ ਕਹਿੰਦੀਆਂ ਨੇ ਕਿ ਜੋ ਵੀ ਅਸੀਂ 12 ਮਹੀਨੇ ਪਹਿਲਾਂ ਅਸੀਂ ਲਾੜੇ ਨੂੰ ਅਸੀਂ ਦੇਖਿਆ ਸੀ ਤੇ ਅਸੀਂ ਰਿਸ਼ਤਾ ਪੱਕਾ ਕੀਤਾ ਸੀ, ਪਰ ਲਾੜਾ ਉਦੋਂ ਦਾ ਕਾਲਾ ਹੀ ਕਾਲਾ ਹੈ, ਉਸਨੂੰ ਉਹ ਗੋਰਾ ਵੀ ਬਿਲਕੁਲ ਨਹੀਂ ਹੋਇਆ। ਉਸਨੂੰ ਸਾਬਣ ਲਾਉਂਦੇ, ਨਵਾਉਂਦੇ ਤਾਂ ਕਿ ਉਹ ਗੋਰਾ ਨਿਕਲ ਜਾਂਦਾ। ਇਸ ਕਰਕੇ ਲਾੜੇ ਦੇ ਜੋ ਹੈ ਲੜਕੇ ਦੇ ਰੰਗ ਰੂਪ ਤੇ ਵਿਅੰਗ ਕੱਸਿਆ ਜਾਂਦਾ ਹੈ। ਕੋਰੀ ਤੇ ਤੌੜੀ ਅਸਾਂ ਰਿੰਨੀਆਂ ਗੁੱਲੀਆਂ, ਭੁੱਖ ਤੇ ਲੱਗੀ ਲਾੜੇ ਕੱਢੀਆਂ ਬੁੱਲੀਆਂ, ਰੋਟੀ ਖਵਾਉਣੀ ਪਈ ਨਾ ਲੱਜੋ ਲੱਜ ਤੁਹਾਨੂੰ ਨਹੀਂ। ਇੰਨੀ ਕਰਤੂਤੀ ਤੁਸੀਂ ਰਹੇ ਕੁਆਰੇ, ਕਰਤੂਤ ਤੇ ਛਿਪਦੀ ਨਹੀਂ ਨਾ ਲੱਜਿਓ ਲੱਜ ਤੁਹਾਨੂੰ ਨਹੀਂ। ਇਸ ਅਗਲੇ ਸੁਹਾਗ ਦੇ ਵਿੱਚ ਕੀ ਹੈ ਕਿ ਔਰਤਾਂ ਜੋ ਨੇ ਉਹ ਲੜਕੇ ਦੇ ਖਾਣ ਪਾਣ, ਠੀਕ ਆ, ਉਸਦੇ ਖਾਣ ਪਾਣ ਤੇ ਵਿਅੰਗ ਕੱਸਦੀਆਂ ਨੇ ਤੇ ਉਸਦੇ ਖਾਣ ਪੀਣ ਤੇ ਵਿਅੰਗ ਕੱਸਦੀਆਂ ਨੇ ਤੇ ਉਸਦੀ ਕਰਤੂਤਾਂ ਉਸਨੂੰ ਕਹਿੰਦੀਆਂ ਨੇ ਕਿ ਉਹ ਆਪਣੀਆਂ ਅਜਿਹੀਆਂ ਕਰਤੂਤਾਂ ਕਰਕੇ ਹੀ ਤੁਸੀਂ ਅੱਜ ਤੱਕ ਹੀ ਕੁਆਰੇ ਰਹੇ ਹੋ। ਅਗਲੀ ਸਾਡੇ ਕੋਲ ਹੈ ਸਿੱਠਣੀ। ਪੈਸਾ ਪੈਸਾ ਸਾਡੇ ਪਿੰਡ ਦਿਓ ਪਾਓ, ਲਾੜੇ ਜੋਗਾ ਤੁਸੀਂ ਵਾਜਾ ਮੰਗਵਾਓ, ਜੰਝ ਤੇ ਸੱਜਦੀ ਨਹੀਂ, ਲੱਜਿਓ ਲੱਜ ਤੁਹਾਨੂੰ ਨਹੀਂ। ਇਸ ਵਿੱਚ ਕੀ ਕਿਹਾ ਜਾਂਦਾ ਹੈ ਕਿ ਉਹ ਮੇਲਣਾ ਜੋ ਨੇ, ਸ਼ਰੀਕਣੀਆਂ ਨੇ, ਉਹ ਮਖੌਲ ਬਣਾਉਂਦੀਆਂ ਨੇ ਕਿ ਉਹ ਜੋ ਜਾਂਝੀ ਨੇ ਉਹਨਾਂ ਕੋਲ ਪੈਸਾ ਵੀ ਨਹੀਂ ਹੈ ਕਿ ਉਹ ਲਾੜੇ ਦੇ ਵਿਆਹ ਤੇ ਕੋਈ ਬਾਜਾ ਵੀ, ਬਾਜੇ ਵਾਲਿਆਂ ਨੂੰ ਵੀ ਲੈ ਆਉਂਦੇ, ਬਾਜਾ ਵਜਵਾਉਂਦੇ, ਕਿ ਉਹਨਾਂ ਕੋਲ ਇੰਨਾ ਵੀ ਪੈਸਾ ਨਹੀਂ ਹੈਗਾ। ਅਗਲੀ ਸਾਡੇ ਕੋਲ ਸਿੱਠਣੀ ਹੈ, ਕੀ ਗੱਲ ਪੁੱਛਾਂ ਲਾੜਿਆ ਵੇ, ਕੀ ਗੱਲ ਪੁੱਛਾਂ ਵੇ, ਨਾ ਤੇਰੇ ਦਾੜੀ ਭੌਂਦੂਆ ਵੇ, ਨਾ ਤੇਰੇ ਮੁੱਛਾਂ ਵੇ, ਬੋਕ ਦੀ ਲਾਲ ਹੈ ਦਾੜੀ ਚੂਹੇ ਦੀਆਂ ਮੁੱਛਾਂ ਵੇ। ਇਸ ਵਿੱਚ ਫੇਰ ਸ਼ਰੀਕਣੀਆਂ ਨੇ ਜੋ ਲਾੜੇ ਦੇ ਰੰਗ ਰੂਪ ਤੇ ਵਿਅੰਗ ਕੱਸਦੀਆਂ ਨੇ ਕਿ ਨਾ ਉਸਦੀ ਦਾੜੀ ਮੁੱਛ ਚੰਗੀ ਤਰ੍ਹਾਂ ਦੀ ਹੈ, ਨਾ ਉਹ ਸੋਹਣਾ ਲੱਗਦਾ ਹੈ ਤੇ ਚੂਹੇ ਵਰਗੇ ਉਹਦੀਆਂ ਮੁੱਛਾਂ ਹਨ। ਇਸ ਬਾਰੇ ਉਹ ਇਸ ਤਰ੍ਹਾਂ ਨਾਲ ਉਹਦੇ ਰੰਗ ਰੂਪ ਤੇ ਵਿਅੰਗ ਕੱਸਦੀਆਂ ਨੇ। ਅਗਲੀ ਸਾਡੇ ਕੋਲ ਸਿੱਠਣੀ ਹੈ, ਲਾੜਾ ਲਾਡਲਾ ਨੀ ਅੱਧੀ ਰਾਤ ਮੰਗੇ ਪਿੱਛ, ਲਾੜੇ ਦੀ ਬੋਬੋ ਬੈਠੀ ਜੋ ਕੀਲੇ ਬੰਨਿਆ ਰਿੱਛ, ਲਾੜੇ ਦੇ ਪਿਓ ਦੀ ਦਾੜੀ ਦੇ ਕੋ ਵਾਲ ਦੋ ਕੁ ਵਾਲ, ਦਾੜੀ ਮੁੱਲ ਲੈ ਲੈ ਵੇ ਮੁੱਛਾਂ ਵਿਕਣ ਬਾਜ਼ਾਰ। ਇਸ ਸਿੱਠਣੀ ਦੇ ਵਿੱਚ ਲਾੜੇ ਦੀ ਜੋ ਹੈ ਮਾਂ ਤੇ ਉਸਦੇ ਪਿਤਾ ਤੇ ਵਿਅੰਗ ਕੱਸਿਆ ਜਾਂਦਾ ਹੈ। ਪਿੱਛ ਤੋਂ ਭਾਵ ਹੈ ਚੌਲਾਂ ਨੂੰ ਉਬਾਲਣ ਮਗਰੋਂ ਜੋ ਪਾਣੀ ਕੱਢਿਆ ਜਾਂਦਾ ਹੈ ਉਸ ਨੂੰ ਪਿੱਛ ਕਿਹਾ ਜਾਂਦਾ ਹੈ। ਕਿ ਜੋ ਲਾੜਾ ਹੈ ਜੋ ਅੱਧੀ ਰਾਤ ਨੂੰ ਉਹ ਚੌਲਾਂ ਦੀ ਪਾਣੀ ਨੂੰ ਮੰਗਦਾ, ਚੌਲਾਂ ਦਾ ਪਾਣੀ ਮੰਗਦਾ ਹੈ ਤੇ ਉਸਦੀ ਮਾਂ ਇਸ ਤਰ੍ਹਾਂ ਬੈਠੀ ਹੁੰਦੀ ਹੈ ਜਿਵੇਂ ਕਿ ਕਿੱਲੇ ਨਾਲ ਰਿੱਛ ਬੰਨਿਆ ਹੁੰਦਾ ਹੈ ਤੇ ਉਸਦਾ ਜੋ ਪਿਤਾ ਹੈ ਉਹਦੇ ਦਾੜੀ ਹੈ, ਉਸਦੇ ਦੋ ਕਵਾੜ ਨੇ। ਇਸ ਤਰ੍ਹਾਂ ਨਾਲ ਲਾੜੇ ਤੇ ਉਸਦੀ ਮਾਂ ਤੇ ਉਸਦੇ ਪਿਤਾ ਤੇ ਰੰਗ ਰੂਪ ਤੇ ਵਿਅੰਗ ਕੱਸਿਆ ਜਾਂਦਾ ਹੈ। ਅਗਲੀ ਸਿੱਠਣੀ ਸਾਡੇ ਕੋਲ ਕੀ ਹੈ, ਮੁੱਛਾਂ ਤਾਂ ਤੇਰੀਆਂ ਵੇ ਮਨਸਿਆ ਜੋ ਬਿੱਲੀ ਦੀ ਪੂੰਛ, ਕੈਂਚੀ ਲੈ ਕੇ ਮੁੰਨ ਦਿਆਂ ਵੇ ਤੈਨੂੰ ਦੂਣਾ ਚੜ ਜੂ ਮੈਂ, ਸੱਚ ਆਖਦੀ ਵੇ ਰੂਪ। ਇਸ ਤਰ੍ਹਾਂ ਨਾਲ ਜੋ ਨੇ ਸ਼ਰੀਕਣੀਆਂ ਨੇ, ਕੁੜੀ ਦੇ ਘਰ ਦੀਆਂ ਜੋ ਔਰਤਾਂ ਨੇ ਉਹ ਉਹਦੇ ਰਿਸ਼ਤੇਦਾਰਾਂ ਤੇ ਵਿਅੰਗ ਕੱਸਦੀਆਂ ਨੇ।
असा ने की करने वे बहारे कद्दू, असा ने की करने वे बहारे कद्दू, लाड़ा बैठा ऐ जापे जो छप्पड़ कड्डे डड्डू, असा नूं पैणे पत्ता बाज करेले, लाड़े दा चाचा है झाके जिवें चमगिद्दड़ चमचड़िक दे डेले। इस सिठनी दे विच जो है जो लाड़ा है उसके लाड़े नूं इस तरह बोलिया जाता है कि लाड़ा बैठा इंज जापदा है जिवें छप्पड़ दे कंढे उत्ते डड्डू बैठा है, ते उसके चाचे ते भी व्यंग कसिया जाता है जिवें कि कहा जाता है कि लाड़े दा चाचा इस तरह झाकदा है जिस तरह चमचड़िक होवे। अगली सिठणी साडे कोल की है, ਜਾਂਝਿਓ ਮਾਂਝਿਓ ਜਿਹੜੇ ਵੇਲੇ ਹੋਏ ਨੇ, ਖਾ ਖਾ ਕੇ ਰੱਜੇ ਨਾ ਢਿੱਡ ਨੇ ਘਟੋਏ ਨੇ, ਨਿੱਕੇ ਨਿੱਕੇ ਮੂੰਹ ਨੇ ਢਿੱਡ ਨੇ ਕੀ ਖੂਹ ਨੇ, ਖਾ ਰਹੇ ਹੋ ਤਾਂ ਉੱਠੋ ਸਹੀ। ਇੱਥੇ ਜੋ ਨੇ ਕੁੜੀ ਦੇ ਘਰ ਦੀਆਂ ਸ਼ਰੀਕਣੀਆਂ ਨੇ ਜੋ ਹੈ ਉਹਨਾਂ ਦੇ ਜਾਂਝੀਆਂ ਦੇ ਖਾਣ ਪਾਣ ਤੇ ਵਿਅੰਗ ਕੱਸਦੀਆਂ ਨੇ ਕਿ ਕਹਿੰਦੀਆਂ ਨੇ ਕਿ ਉਹ ਖਾਈ ਜਦੋਂ ਦੇ ਆਏ ਨੇ ਉਹ ਖਾਈ ਹੋ ਜਾਂਦੇ ਨੇ ਕਿਤੇ ਖਾਈ ਜਾਂਦੇ ਨੇ कि उन्होंने पता नहीं ढिड ने कि टोए ने कि जो उन्होंने ढिड है भरदा ही नहीं खा खा के भी। तो अगली सिठणी साडे कोल की है, ਜਾਂਝੀਆਂ ਨੂੰ खल पुट दिओ जे जिन्ना तौण 25 सेर खाना, सानू पूरियां ने जी जिन्ना मुश्क नाल रच जाना, बीबी लाडली ने रोटी पिछों मंगे खीर, बीबी दा बापू है बैठा जो राजियां विच वजीर। विआह समय जो कुड़ी दियां घर दियां ने शरीकणियां ने ਉਹ ਜਾਂਝੀਆਂ ਤੇ ਵਿਅੰਗ ਕੱਸਦੀਆਂ ਕਹਿੰਦੀਆਂ ਨੇ कि इत्थे 25-25 सेर गुतावां खाण वाले हैं, ते सानू तां पूरियां ही दे दित्तियां जाण क्योंकि असीं तां खाणे दे मुश्क नाल ही रज जांदियां हां। साडी लाडली धी रोटी खा के खीर मंगदी है, वो चंगा चोखा क्यों ना खावे क्योंकि उसका बाप राजियां दा वजीर अर्थात अमीर आदमी है। इस सिठणी दे विच है जो ने जो कुड़ी दे घर दियां औरतां शरीकणियां ने जो ने ਉਹ ਜਾਂਝੇ ਦੇ ਮੁਕਾਬਲੇ ਆਪਦੇ ਕੁੜੀ ਦੇ ਘਰਦਿਆਂ ਦੀ ਜੋ ਨੇ ਸਿਫਤ ਕਰਦੀਆਂ ਨੇ ਕਿ ਉਹ ਨਾ ਜੋ ਲੜਕੀ ਦਾ ਪਿਤਾ ਹੈ ਉਹ ਇੱਕ ਤਰ੍ਹਾਂ ਦਾ ਵਜ਼ੀਰ ਦੀ ਤਰ੍ਹਾਂ ਉਹਦੀ ਰਹਿਣੀ ਬਹਿਣੀ ਹੈ, ਉਹਨਾਂ ਦਾ ਖੁੱਲ੍ਹਾ ਖਾਣ ਪਾਣ ਹੈ, ਉਹਨਾਂ ਦੀ ਧੀ ਜੋ ਹੈ ਖੁੱਲ੍ਹਾ ਖਾਂਦੀ ਪੀਂਦੀ ਹੈ ਤੇ ਉਹ ਚੰਗੇ ਵਸਦੇ ਹਨ। ਆਖਰੀ ਸਿੱਠਣੀ ਸਾਡੇ ਕੋਲ ਕੀ ਹੈ, ਸਭ ਗੈਸ ਬੁਝਾ ਦਿਓ ਜੀ ਸਾਡਾ ਕੁੜਮ ਬੈਟਰੀ ਵਰਗਾ, ਸਭ ਮਿਰਚਾਂ ਘੋਟੋ ਜੀ ਸਾਡਾ ਕੁੜਮ ਘੋਟਣੇ ਵਰਗਾ, ਮਣ ਮੱਕੀ ਪਿਆ ਲਓ ਜੀ ਸਾਡਾ ਕੁੜਮ ਵੇੜ ਕੇ ਵਰਗਾ। ਇਸ ਸਿੱਠਣੀ ਦੇ ਵਿੱਚ ਕੀ ਕਿਹਾ ਜਾਂਦਾ ਹੈ ਕਿ ਰੋਸ਼ਨੀ ਕਰਨ ਦੇ ਲਈ ਜਗਾਏ ਸਾਰੇ ਗੈਸ ਬੁਝਾ ਦਿੱਤੇ ਜਾਣ ਕਿਉਂਕਿ ਸਾਡਾ ਕੁੜਮ ਜੋ ਹੈ ਬੈਟਰੀ ਵਰਗਾ ਹੈ, ਸਾਡੇ ਮਿਰਚਾਂ ਘੋਟ ਲਵੋ ਕਿਉਂਕਿ ਜਿਹੜਾ ਸਾਡਾ ਕੁੜਮ ਆ ਉਹ ਘੋਟਣੇ ਵਰਗਾ ਹੈ, ਤੁਸੀਂ ਮਣ ਮੱਕੀ ਪਿਹਾ ਲਵੋ ਕਿਉਂਕਿ ਸਾਡਾ ਕੁੜਮ ਵੇੜ ਕੇ ਵਰਗਾ ਹੈ। ਇਸ ਤਰ੍ਹਾਂ ਨਾਲ ਜੋ ਹੈ ਕੁੜੀ ਦੇ ਘਰ ਦੀਆਂ ਸ਼ਰੀਕਣੀਆਂ ਉਸ ਦੀਆਂ ਚਾਚੀਆਂ ਤਾਈਆਂ ਮੁੰਡੇ ਦੇ ਪਿਤਾ ਦੇ ਵਿਅੰਗ ਕੱਸਦੀਆਂ ਨੇ, ਉਸਦੇ ਸਰੀਰਕ ਬਣਤਰ ਖਾਣ ਪਾਣ ਤੇ ਉਹਨਾਂ ਦਾ ਮਜ਼ਾਕ ਉਡਾਉਂਦੀਆਂ ਨੇ ਤੇ ਮਨ ਵਿੱਚ ਜੋ ਉਹਨਾਂ ਦੇ ਲਈ ਗੱਲਾਂ ਨੇ ਉਹ ਸਿੱਠਣੀ ਦੇ ਦੁਆਰਾ ਬਾਹਰ ਨਿਕਲਦੀਆਂ ਨੇ। ਇਸ ਨੂੰ ਸਿੱਠਣੀਆਂ ਕਿਹਾ ਜਾਂਦਾ ਹੈ। ਅੱਗੇ ਸਿੱਠਣੀਆਂ ਦੇ ਪ੍ਰਸ਼ਨ ਉੱਤਰ ਨੇ ਉਹ ਤੁਸੀਂ ਪੱਕੀ ਕਾਪੀ ਤੇ ਕਰਨੇ ਨੇ। ਪਹਿਲਾ ਪ੍ਰਸ਼ਨ ਸਾਡੇ ਕੋਲ ਕੀ ਆ, ਸਿੱਠਣੀਆਂ ਕਿਹੜੇ मौके उत्ते किस वल्लों अते किस नूं दित्तियां जांदियां हन। दूसरा प्रश्न साडे कोले सिੱਠਣੀਆਂ ਵਿੱਚ ਹਾਸੇ ਮਜ਼ਾਕ ਦਾ ਪਾਤਰ ਕੌਣ ਕੌਣ ਬਣਦਾ ਹੈ। ਸਿੱਠਣੀਆਂ ਵਿੱਚ ਹਾਸੇ मजाक दा पात्र कौन कौन बनता है।
तीसरा प्रश्न साडे कोले सिੱਠਣੀਆਂ ਵਿੱਚ हास्य मजाक ਲਈ ਕਿਹੜੇ-ਕਿਹੜੇ विषय चुने जाते हैं। सिੱਠਣੀਆਂ ਵਿੱਚ हास्य मजाक ਲਈ ਕਿਹੜੇ-ਕਿਹੜੇ विषय चुने जाते हैं। नंबर 4 साडे कोले ਜਾਂਝੀਆਂ ਨੂੰ ਖਲ ਕੁੱਟ ਦਿਓ। इस सिੱਠਣੀ ਵਿੱਚ किस उत्ते ਕਿਹੜੀ ਗੱਲੋਂ व्यंग कसिया गया है। ਜਾਂਝੀਆਂ ਨੂੰ ਖਲ ਕੁੱਟ ਦਿਓ। इस सिੱਠਣੀ ਵਿੱਚ किस उत्ते ਕਿਹੜੀ ਕਿਹੜੀ ਗੱਲੋਂ व्यंग कसिया जाता है। नंबर 5 साडे कोले सिੱਠਣੀਆਂ ਵਿੱਚ खाण पीण संबंधी की मखौल किया जाता है। की मखौल किया जाता है। ਜਿਹੜੀ ਕਿਸੇ ਇੱਕ ਅਜਿਹੀ ਕਿਸੇ ਇੱਕ ਸਿੱਠਣੀ ਦੀ ਉਦਾਹਰਨ ਦਿਓ। ਅਜਿਹੀ ਇੱਕ ਸਿੱਠਣੀ ਦੀ ਉਦਾਹਰਨ ਦਿਓ। ਪ੍ਰਸ਼ਨ ਇੱਕ ਵਾਰ ਫਿਰ ਧਿਆਨ ਨਾਲ ਸੁਣ ਲਓ ਕਿ ਸਿੱਠਣੀਆਂ ਵਿੱਚ ਖਾਣ ਪੀਣ ਸੰਬੰਧੀ ਕੀ ਮਖੌਲ ਕੀਤਾ ਜਾਂਦਾ ਹੈ। ਅਜਿਹੀ ਇੱਕ ਸਿੱਠਣੀ ਦੀ ਤੁਸੀਂ ਉਦਾਹਰਨ ਦੇਣੀ ਆ ਕਿ ਉਹ ਕਿਹੜੇ ਸਿੱਠਣੀ ਆ ਜਿਸ ਵਿੱਚ ਖਾਣ ਪੀਣ ਬਾਰੇ ਕਿਹਾ ਗਿਆ ਹੈ। 6ਵਾਂ ਪ੍ਰਸ਼ਨ ਸਾਡੇ ਕੋਲੇ ਜਾਂਝੀਆਂ ਦੀ ਲਾਜ ਤੇ ਭਾਵ ਨੂੰ ਕਿਹੜੀ ਕਿਹੜੀ ਗੱਲ ਕਹਿ ਕੇ ਟੁੰਬਿਆ ਗਿਆ ਹੈ। ਜਾਂਝੀਆਂ ਦੀ ਲਾਜ ਭਾਵ ਕੇ ਉਹਨਾਂ ਦੀ ਇੱਜ਼ਤ ਦੇ ਭਾਵ ਨੂੰ ਕਿਹੜੀ ਕਿਹੜੀ ਗੱਲ ਕਹਿ ਕੇ ਟੁੰਬਿਆ ਗਿਆ ਹੈ। ਇਹ 6 ਪ੍ਰਸ਼ਨ ਨੇ ਤੇ ਇੱਕ ਪ੍ਰਸ਼ਨ ਲਾਸਟ ਹੈ 7ਵਾਂ, ਉਹ ਵੀ ਤੁਸੀਂ ਕਰਨਾ ਹੈ। ਇਸ ਤੋਂ ਇਲਾਵਾ ਤੁਸੀਂ ਹੋਰ ਕੋਈ ਵੀ ਪ੍ਰਸ਼ਨ ਆਪਣੀ ਕਾਪੀ ਉੱਪਰ ਨਹੀਂ ਲਿਖਣੇ ਜੋ ਆਪਣੇ ਸਿਲੇਬਸ ਦੇ ਵਿੱਚ ਨੇ ਟੈਕਸਟ ਬੁੱਕ ਉੱਤੇ। ਉਹ ਸਿਰਫ ਆਪਣੇ ਕੋਲ 7 ਪ੍ਰਸ਼ਨ ਹੀ ਨੇ ਸਿੱਠਣੀਆਂ ਦੇ, ਉਹ ਵੀ ਤੁਸੀਂ ਕਰਨੇ ਨੇ। 7ਵਾਂ ਪ੍ਰਸ਼ਨ ਸਾਡੇ ਕੋਲ ਲਾਸਟ ਹੈਗਾ ਆ ਸਿੱਠਣੀਆਂ ਵਿੱਚ ਕਿਹੜੇ ਕਿਹੜੇ ਪ੍ਰਾਕਿਰਤਿਕ ਹਵਾਲੇ ਮਿਲਦੇ ਹਨ। ਸਿੱਠਣੀਆਂ ਵਿੱਚ ਕਿਹੜੇ ਕਿਹੜੇ ਪ੍ਰਾਕਿਰਤਿਕ हवाले मिलते हैं। तो बच्चों ये ने
ਅੱਜ ਆਪਾਂ ਕੀਤਾ ਸੀ ਸਿੱਠਣੀਆਂ। ਸਿੱਠਣੀਆਂ ਦੇ 7 ਪ੍ਰਸ਼ਨ ਉੱਤਰ ਨੇ, ਜੋ 7 ਦੇ ਤੁਸੀਂ ਆਪਣੀ ਪੱਕੀ ਕਾਪੀ ਉੱਤੇ ਲਿਖਣੇ ਨੇ। ਇਸ ਤੋਂ ਇਲਾਵਾ ਤੁਸੀਂ ਇਹਨਾਂ ਦੀ ਵਿਆਖਿਆ ਜਾਂ ਹੋਰ ਕੋਈ ਪ੍ਰਸ਼ਨ ਤੁਸੀਂ ਆਪਣੀ ਕਾਪੀ ਉੱਤੇ ਨਹੀਂ ਲਿਖਣੇ। ਇਹਨਾਂ ਨੂੰ ਚੰਗੀ ਤਰ੍ਹਾਂ ਤੁਸੀਂ ਯਾਦ ਕਰਨਾ ਹੈ ਤੇ ਆਪਣੀ ਕਾਪੀ ਦੇ ਉੱਤੇ ਇਹਨਾਂ ਨੂੰ ਲਿਖਣਾ ਹੈ, ਕਾਪੀ ਕੰਪਲੀਟ ਕਰਨੀ ਹੈ।